खुदा के रूह जो हमें तू छू, है खुदा के रूह जो हमें तू छू। दिल में हमारे तू आ
हमें मिले आजादी, जोश में हमें मिले आजादी, हो जाए तेरे मसा के आदी, 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 दिल में हमारे दुआ महके तेरी खुशबू, दिल में हमारे दुआ महके तेरी खुशबू, तेरी हजूरी में खड़े हैं, तेरी हजूरी में खड़े हैं, जिंदा हजूरी में खड़े हैं, जिंदा हजूरी में खड़े हैं, जीवन हजूरी में खड़े हैं, जीवन हजूरी में खड़े हैं, हमें नजर आनो है खुदा के रो, छू हमें तो छू है खुदा के रो, छू हमें तो छू है खुदा के रो, छू हमें तो छू है खुदा के रो, छू हमें तो छू, 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 हमें तो छू, हमें तो हरे हरि कि हे यहोवा, तू सारी पृथ्वी के ऊपर परम प्रधान है, तू सारे देवताओं से अधिक महान ठहरा है। पंजाबी च भी पढ़ो। ਸਾਰੀ ਧਰਤੀ ਉੱਤੇ ਹੈ ਯਹੋਵਾ, ਤੂੰ ਤਾਂ ਅਤ ਮਹਾਨ ਹੈ, ਤੂੰ ਸਾਰਿਆਂ ਦੇਵਤਿਆਂ ਨਾਲੋਂ ਬਹੁਤ ਹੀ ਮਹਾਨ ਹੈ। आमीन हालेलुया। ਹਾਲੇਲੂਇਆ। आज असी पवित्र वचन च सुनांगे अत महान परमेश्वर। टुडे वी शैल हियर अबाउट द मोस्ट हाई गॉड। अत महान परमेश्वर लिखिया है यहोवा तू सारी धरती दे उत्ते अत महान है। अत महान दा इब्रानी शब्द है एल एलियोन, ई एल एलियोन, ELYON, एलियोन। अत महान, द मोस्ट हाई। एल एलियोन का मतलब होता है उपर नू जाना या उपर नू चढ़ना, टू असेंड और टू गो अप। एलियोन का मतलब, एल एलियोन का दूसरा भी अर्थ है कि देर इज़ नो राइवल और देर इज़ नो इक्वल टू गॉड। एल एलियोन का एक होर अर्थ है कि परमेश्वर, सर्वशक्तिमान परमेश्वर दे तुल भी कोई नहीं, उसके बराबर कोई नहीं, उसका सामना भी कोई भी नहीं कर सकता। ਹਾਲੇਲੂਇਆ। अत महान परमेश्वर। जब असी अत महान शब्द सुनते हाँ या उच्चा उच्चा करना या चढ़ने नू कहते हैं एल एलियोन या एलियोन। जब असी उच्चा शब्द सुनते हाँ तो साडे मनां दे विच कई ख्याल आते होणगे। उच्चे का की मतलब है? कई बिल्डिंग्स उच्चियां ने, कई बुत उच्चे ने, कई लोग उच्चे ने। एलियोन तुसीं जद इस दुनिया दे विच भी देखते हो, कई उच्चियां इमारतां ने। कुछ साल पहला सन 2000, जे मेरा आइडिया सही होवे, 4-5 ਦੇ ਦੌਰਾਨ 2004 ਜਾਂ 5 ਦੇ ਦੌਰਾਨ ਮਲੇਸ਼ੀਆ ਦੇ ਵਿੱਚ 2 ਟਵਿਨ ਟਾਵਰ ਸੀ। 2 ਵੱਡੇ ਇਮਾਰਤਾਂ ਸਨ, ਉਸ ਨੂੰ ਟਵਿਨ ਟਾਵਰ ਕਹਿੰਦੇ ਸਨ।
ਉਹ ਦੁਨੀਆ ਦੀ ਸਭ ਤੋਂ ਉੱਚੀ ਇਮਾਰਤਾਂ ਸਨ। ਫਿਰ ਥੋੜ੍ਹੇ ਸਾਲ ਬੀਤ ਗਏ, ਫਿਰ ਇੱਕ ਹੋਰ ਇਮਾਰਤ ਬਣੀ, ਮੇਰੇ ਖਿਆਲ 'ਚ ਮੱਕਾ ਦੇ ਲਾਗੇ ਬਣੀ। ਫਿਰ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਹੈ, ਔਰ ਉਸ ਦੀ ਚੜ੍ਹਾਈ 2716 ਫੁੱਟ ਉੱਚਾ ਹੈ। 2700 ਫੁੱਟ, ਲਗਭਗ 2700 ਫੁੱਟ ਉੱਚਾ ਇਮਾਰਤ ਹੈ। ਮਤਲਬ ਜਿਸ ਨੂੰ ਲੋਕਾਂ ਨੇ ਕਿਹਾ ਇਹ ਉੱਚੀ ਬਿਲਡਿੰਗ ਹੈ, ਥੋੜ੍ਹੇ ਸਾਲ ਬਾਅਦ ਉਹ ਬਿਲਡਿੰਗ ਤੋਂ ਵੀ ਉੱਚੀ ਬਿਲਡਿੰਗ ਕੋਈ ਆ ਗਈ। ਦੁਨੀਆ ਦੇ ਵਿੱਚ 7 ਅਜੂਬੇ ਨੇ। ਦੇਰ ਆਰ 7 ਵੰਡਰਸ ਇਨ ਦਿਸ ਵਰਲਡ। 7 ਅਜੂਬੇ ਨੇ। ਉਸ 7 ਅਜੂਬਿਆਂ ਦੇ ਵਿੱਚੋਂ ਸਭ ਤੋਂ ਉੱਚਾ ਬੁੱਤ ਸਟੈਚੂ ਆਫ ਲਿਬਰਟੀ ਸੀ। ਇੱਕ ਬੁੱਤ ਸੀ ਅਮਰੀਕਾ ਦੇ ਵਿੱਚ, ਉਸ ਨੂੰ ਸਟੈਚੂ ਆਫ ਲਿਬਰਟੀ ਕਿਹਾ ਗਿਆ। ਉਹ ਸਭ ਤੋਂ ਉੱਚੀ ਇਮਾਰਤ ਕਿਹਾ ਜਾਂਦਾ ਸੀ। ਔਰ ਉਹ 7 ਔਰ ਅਜੂਬਿਆਂ ਦੇ ਵਿੱਚੋਂ ਇੱਕ ਅਜੂਬਾ ਗਿਣਿਆ ਜਾਂਦਾ ਸੀ। ਜਦ ਉਹ ਮੁਲਕ ਮਾਣ ਕਰਦਾ ਸੀ, ਅਮਰੀਕਾ ਦੇ ਵਿੱਚ ਮਾਣ ਕਰਦਾ ਸੀ ਕਿ ਸਾਡਾ ਜਿਹੜਾ ਬੁੱਤ ਅਸੀਂ ਬਣਾਇਆ, ਸਾਡੇ ਕੋਲ ਜਿਹੜਾ ਬੁੱਤ ਹੈ ਸਟੈਚੂ ਆਫ ਲਿਬਰਟੀ, ਇਹ ਸਭ ਤੋਂ ਉੱਚਾ ਬੁੱਤ ਹੈ। ਤਾਂ ਕੁਝ ਸਾਲ ਬੀਤੇ ਨਹੀਂ, ਹਿੰਦੁਸਤਾਨ ਨੇ ਵੀ ਉਹਦੇ ਨਾਲ ਵੀ ਉੱਚਾ ਬਣਾ ਦਿੱਤਾ। ਗੁਜਰਾਤ ਵਿੱਚ ਔਰ ਸਰਦਾਰ ਵੱਲਭ ਭਾਈ ਪਟੇਲ ਦਾ ਬੁੱਤ ਬਣਾਇਆ। ਉਹ 200 ਫੁੱਟ ਉੱਚਾ ਸੀ, ਔਰ ਸਾਡੇ ਹਿੰਦੁਸਤਾਨ ਨੇ 597 ਫੁੱਟ ਉੱਚਾ ਬਣਾ ਦਿੱਤਾ। ਉਹਦੇ ਨਾਲ ਵੀ ਉੱਚਾ ਬੁੱਤ ਬਣਾ ਦਿੱਤਾ। ਮਤਲਬ ਕੀ ਹੈ? ਇਨਸਾਨ ਜੋ ਅਸੀਂ ਸੋਚਦੇ ਕਿ ਇਹ ਉੱਚਾ ਹੈ, ਥੋੜ੍ਹੇ ਚਿਰ ਬਾਅਦ ਤੁਹਾਨੂੰ ਉਹਦੇ ਨਾਲ ਵੀ ਉੱਚਾ ਕੋਈ ਨਜ਼ਰ ਜੋ ਇਸ ਨੂੰ ਤੁਸੀਂ ਸੋਚਦੇ ਹੋ ਇਹ ਉੱਚੀ ਇਮਾਰਤ ਹੈ, ਇਹ ਉੱਚਾ ਬੁੱਤ ਹੈ, ਜਾਂ ਇਹ ਉੱਚਾ ਬੰਦਾ ਹੈ, ਥੋੜ੍ਹੇ ਸਾਲ ਬੀਤਣ ਦੀ ਗੱਲ ਹੈ, ਉਹਦੇ ਨਾਲ ਵੀ ਕੋਈ ਉੱਚਾ ਆ ਜਾਏਗਾ। ਲੇਕਿਨ ਐਲ ਐਲੀਓਨ ਦਾ ਮਤਲਬ ਕੀ ਹੈ? ਦੇਰ ਇਜ਼ ਨੋ ਰਾਈਵਲ। ਉਹਦੇ ਤੁਲ ਕੋਈ ਵੀ ਨਹੀਂ, ਉਹਦੇ ਤੋਂ ਉੱਚਾ ਹੋਰ ਕੋਈ ਵੀ ਨਹੀਂ ਹੈ। ਉਹ ਪਰਮ ਪ੍ਰਧਾਨ ਪਰਮੇਸ਼ਵਰ ਹੈ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਪਵਿੱਤਰ ਬਾਈਬਲ ਦੇ ਵਿੱਚ ਪੁਰਾਣਾ ਨਿਯਮ ਔਰ ਨਵੇਂ ਨਿਯਮ ਦੋਨੋਂ ਕਿਤਾਬਾਂ ਦੇ ਜਦੋਂ ਤੁਸੀਂ ਪੜ੍ਹਦੇ ਹੋ, ਬਹੁਤ ਸਾਰੇ ਲੋਕਾਂ ਨੇ ਆਪਣੇ ਆਪ ਨੂੰ ਉੱਚਾ ਕਰਨ ਦੀ ਕੋਸ਼ਿਸ਼ ਕੀਤਾ। ਔਰ ਉਹਨਾਂ ਨੇ ਉਤਪਤੀ 11 ਬਾਬ ਦੇ ਵਿੱਚ ਤੁਸੀਂ ਪੜ੍ਹਦੇ ਹੋ, ਇਨਸਾਨ ਦੇ ਵਿਗਾੜ ਪਏ ਕੁਝ ਹੀ ਸਮੇਂ ਤੋਂ ਬਾਅਦ ਹੀ ਲੋਕਾਂ ਨੇ ਸੋਚਿਆ ਕਿਉਂ ਨਾ ਅਸੀਂ ਉੱਪਰ ਤੱਕ ਜਾਈਏ, ਆਪਣੇ ਆਪ ਨੂੰ ਉੱਚਾ ਬਣਾਉਣ ਦੀ ਕੋਸ਼ਿਸ਼ ਕੀਤੀ। ਟਾਵਰ ਆਫ ਬੇਬਲ, ਬਾਬਲ ਦਾ ਬੁਰਜ ਬਣਾਉਣ ਦੀ ਕੋਸ਼ਿਸ਼ ਕੀਤੀ। ਪਰਮੇਸ਼ਰ ਨੇ ਉਹ ਸਭ ਕੁਝ ਟਾ ਦਿੱਤਾ, ਉਹਨਾਂ ਦੀ ਸਾਰੀ ਯੋਜਨਾ ਨੂੰ ਫੇਲ ਕਰ ਦਿੱਤਾ, ਕਿਉਂਕਿ ਕੋਈ ਵੀ ਇਨਸਾਨ ਸੋਚੇ ਤੇ ਵੀ ਪਰਮੇਸ਼ਰ ਦੇ ਬਰਾਬਰ ਕਦੀ ਵੀ ਹੋ ਨਹੀਂ ਸਕਦਾ। ਹਾਲੇਲੂਇਆ। ਜ਼ਬੂਰ 97 ਦੇ 9 ਚ ਲਿਖਿਆ, ਹੇ ਯਹੋਵਾ ਤੂੰ ਸਾਰੀ ਧਰਤੀ ਦੇ ਉੱਤੇ ਅਤ ਮਹਾਨ ਹੈ, ਤੂੰ ਸਾਰੇ ਦੇਵਤਿਆਂ ਨਾਲੋਂ ਅਧਿਕ ਮਹਾਨ ਠਹਿਰਿਆ। ਹਾਲੇਲੂਇਆ। ਇਸ ਦਾ ਮਤਲਬ ਪਰਮੇਸ਼ਰ ਦਾ ਧੰਨਵਾਦ ਕਰੀਏ ਕਿ ਤੁਸੀਂ ਇੱਕ ਐਸੇ ਅਤ ਮਹਾਨ ਪਰਮੇਸ਼ਰ ਦੀ ਆਰਾਧਨਾ ਕਰਦੇ ਹੋ ਜਿਸ ਦੇ ਬਰਾਬਰ ਕੋਈ ਖੜਾ ਹੋ ਨਹੀਂ ਸਕਦਾ। ਹਾਲੇਲੂਇਆ। ਸਾਰੇ ਮੇਰੇ ਪਿੱਛੇ ਬੋਲਾਂਗੇ, ਮੈਂ ਅਤ ਮਹਾਨ ਪਰਮੇਸ਼ਰ ਨੂੰ ਮੰਨਦਾ ਹਾਂ। ਮੈਂ ਅਤ ਮਹਾਨ ਪਰਮੇਸ਼ਰ ਨੂੰ ਮੰਨਦਾ ਹਾਂ। ਮੈਂ ਅਤ ਮਹਾਨ ਪਰਮੇਸ਼ਰ ਦੀ ਸੇਵਾ ਕਰਦਾ ਹਾਂ। ਮੈਂ ਅਤ ਮਹਾਨ ਪਰਮੇਸ਼ਰ ਦੀ ਸੇਵਾ ਕਰਦਾ ਹਾਂ। ਹਾਲੇਲੂਇਆ, ਹਾਲੇਲੂਇਆ। ਤੁਸੀਂ ਕਿਹੜੇ ਪਰਮੇਸ਼ਰ ਨੂੰ ਮੰਨਦੇ ਹੋ? ਅਤ ਮਹਾਨ। ਅਤ ਮਹਾਨ ਪਰਮੇਸ਼ਰ ਨੂੰ ਮੰਨਦੇ ਹੋ। ਤੁਸੀਂ ਕਿਹੜੇ ਪਰਮੇਸ਼ਰ ਦੀ ਸੇਵਾ ਕਰਦੇ ਹੋ? ਅਤ ਮਹਾਨ। ਅਤ ਮਹਾਨ ਪਰਮੇਸ਼ਰ ਦੀ ਸੇਵਾ ਕਰਦੇ ਹੋ ਜਿਸ ਦੇ ਤੁਲ ਕੋਈ ਹੈ ਹੀ ਨਹੀਂ। ਪੜੋ ਜ਼ਬੂਰ 83 ਉਹਦੀ 18, Psalms 83 verse 18। ਜ਼ਬੂਰ 83 verse 18। ਕਿ ਉਹ ਜਾਣਨ ਕਿ ਇਕੱਲਾ ਤੂੰ ਹੀ ਜਿਹਦਾ ਨਾਮ ਯਹੋਵਾ ਹੈ, ਸਾਰੀ ਧਰਤੀ ਉੱਤੇ ਅਤ ਮਹਾਨ है। हिंदी से भी पढ़ो। जिससे ये जाने कि केवल तू जिसका नाम यहोवा है, सारी पृथ्वी के ऊपर परम प्रधान है। हालेलुया, हालेलुया। जिससे ये जान ले कि केवल तू जिसका नाम यहोवा है, सारी पृथ्वी के ऊपर परम प्रधान है। जब ਅਸੀਂ ਉਸ ਆਤ ਮਹਾਨ ਪਰਮੇਸ਼ਰ ਦੇ ਮੰਨਦੇ ਹਾਂ, ਜਿਸ ਦੇ ਬਾਰੇ ਤੁਸੀਂ ਵੀ ਆਪ ਵੀ ਔਰ ਅਸੀਂ ਸਾਰਿਆਂ ਨੇ ਪਿੱਛੇ ਬੋਲੇ, ਅਸੀਂ ਆਤ ਮਹਾਨ ਪਰਮੇਸ਼ਰ ਨੂੰ ਮੰਨਦੇ ਹਾਂ, ਅਸੀਂ ਆਤ ਮਹਾਨ ਪਰਮੇਸ਼ਰ ਦੀ ਸੇਵਾ ਕਰਦੇ ਹਾਂ, ਇਸ ਲਈ ਅਸੀਂ ਆਪਣੇ ਹੱਥਾਂ ਨੂੰ ਉੱਪਰ ਉਠਾਉਂਦੇ ਹਾਂ। ਆਪਣੇ ਹੱਥਾਂ ਨੂੰ ਉਠਾਉਣ ਦਾ ਮਤਲਬ ਕੀ ਹੈ? ਅਸੀਂ ਆਪਣੇ ਆਪ ਨੂੰ ਸਰੈਂਡਰ ਕਰਦੇ, ਆਪਣੇ ਆਪ ਨੂੰ ਅਧੀਨ ਕਰਦੇ ਹਾਂ ਔਰ ਮੰਨਦੇ ਖੁਦਾਵੰਦਾ ਉਹ ਆਤ ਮਹਾਨ ਪਰਮੇਸ਼ਰ ਹੈ। ਅਸੀਂ ਘੁਟਨਿਆਂ ਨੂੰ ਕਿਉਂ ਝੁਕਾਉਂਦੇ ਹਾਂ? ਘੁਟਨੇ ਉਹਦੇ ਸਾਹਮਣੇ ਝੁਕਾਉਂਦੇ ਹਾਂ ਕਿਉਂਕਿ ਖੁਦਾਵੰਦਾ
ਤੂੰ ਹੀ ਆਤਮਾਨ, ਤੇਰੇ ਬਰਾਬਰ ਕੋਈ ਹੈ ਹੈ ਹੀ ਹੀ ਨਹੀਂ। ਨਹੀਂ। ਅਸੀਂ ਆਪਣੇ ਸਿਰ ਨੂੰ ਉੱਪਰ ਨੂੰ ਕਿਉਂ ਉਠਾਉਂਦੇ ਆ? ਸਿਰ ਨੂੰ ਉੱਪਰ ਇਸ ਲਈ ਉਠਾਉਂਦੇ ਆ ਕਿਉਂਕਿ ਖੁਦਾਵੰਦਾ ਇਸ ਧਰਤੀ ਦੇ ਉੱਤੇ ਤਾਂ ਕੋਈ ਹੈ ਨਹੀਂ, ਲੇਕਿਨ ਸਾਡੀਆਂ ਅੱਖੀਆਂ ਤੇਰੇ ਉੱਤੇ ਲੱਗੀਆਂ ਨੇ ਕਿਉਂਕਿ ਤੂੰ ਇਸ ਧਰਤੀ ਦੇ ਉੱਤੇ ਸਭ ਤੋਂ ਆਤਮਹਾਨ ਹੈ। ਹਾਲੇਲੂਇਆ ਹਾਲੇਲੂਇਆ, ਹਾਲੇਲੂਇਆ। ਹਾਲੇਲੂਇਆ। ਇਹ ਗੀਤ ਗਾਉਣ ਵਾਲਾ ਕਹਿੰਦਾ ਸੀ ਕਿ ਇਹ ਜਾਣ ਕੇ ਸੱਚੀ ਬੜੀ ਖੁਸ਼ੀ ਹੁੰਦੀ ਹੈ ਕਿ ਮੈਂ ਯਿਸੂ ਮਸੀਹ ਨੂੰ ਮੰਨਦਾ ਹਾਂ। ਕਿ ਮੈਂ ਯੀਸ਼ੂ ਮਸੀਹ ਨੂੰ ਮੰਨਦਾ ਹਾਂ। ਇਹ ਜਾਣ ਕੇ ਸੱਚੀ ਬੜੀ ਖੁਸ਼ੀ ਹੁੰਦੀ ਹੈ, ਇਹ ਜਾਣ ਕੇ ਸੱਚੀ ਬੜੀ ਖੁਸ਼ੀ ਹੁੰਦੀ ਹੈ ਕਿ ਅਸੀਂ ਆਤਮਾਨ ਪਰਮੇਸ਼ਰ ਦੀ ਸੇਵਾ ਕਰਦੇ ਹਾਂ। ਹਾਲੇਲੂਇਆ, ਪ੍ਰੇਜ਼ ਦ ਲਾਰਡ, ਹਾਲੇਲੂਇਆ। ਹਾਲੇਲੂਇਆ। ਜਦ ਬਿਲੀ ਗ੍ਰਾਹਮ ਖੁਦਾ ਦਾ ਸੇਵਕ ਜੀਵਿਤ ਸੀ, ਉਸ ਨੂੰ ਇੱਕ ਆਫਰ ਆਇਆ ਔਰ ਉਸ ਨੂੰ ਕੁਝ ਪੋਲੀਟੀਕਲ ਲੋਕ ਮਿਲੇ ਔਰ ਰਾਜਨੀਤਿਕ ਲੋਕ ਮਿਲੇ ਔਰ ਉਹਨਾਂ ਨੇ ਕਿਹਾ ਬਿਲੀ ਗ੍ਰਾਹਮ ਤੁਹਾਡੇ ਮਗਰ ਬਹੁਤ ਦੁਨੀਆ ਹੈ, ਤੁਸੀਂ ਜਿੱਧਰ ਵੀ ਜਾਂਦੇ ਹੋ ਬਹੁਤ ਸਾਰੀ ਦੁਨੀਆ ਤੁਹਾਡੇ ਮਗਰ ਆ ਜਾਂਦੀ ਹੈ। ਬਿਲੀ ਗ੍ਰਾਹਮ ਤੁਸੀਂ ਅਗਲੀ ਵਾਰੀ ਰਾਸ਼ਟਰਪਤੀ ਦਾ ਚੁਣਾਵ ਨੂੰ ਲੜਨਾ, ਤੁਸੀਂ ਔਰ ਪ੍ਰੈਜ਼ੀਡੈਂਟ ਦਾ ਇਲੈਕਸ਼ਨ ਤੁਸੀਂ ਲੜੋ, ਅਸੀਂ ਸਭ ਤੁਹਾਡੇ ਨਾਲ ਹਾਂ। ਤਾਂ ਬਿਲੀ ਗ੍ਰਾਹਮ ਨੇ ਕਿਹਾ ਮੇਰੀ ਗੱਲ ਸੁਣੋ, ਮੈਂ ਉਸ ਆਤਮਹਾਨ ਪਰਮੇਸ਼ਰ ਦੀ ਸੇਵਾ ਕਰਦਾ, ਮੈਂ ਉਸ ਪੋਜੀਸ਼ਨ ਤੋਂ ਡਾਊਨ ਨਹੀਂ ਆ ਸਕਦਾ, ਇਹ ਮੇਰਾ ਕੰਮ ਨਹੀਂ ਹੈ। ਮੈਂ ਆਤਮਹਾਨ ਪਰਮੇਸ਼ਰ ਦਾ ਅੰਬੈਸਡਰ ਹਾਂ, ਉਸ ਦਾ ਰਾਜਦੂਤ ਹਾਂ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਹਾਲੇਲੂਇਆ। ਅਸੀਂ ਆਤਮਹਾਨ ਪਰਮੇਸ਼ਰ ਦੇ ਰਾਜਦੂਤ ਹਾਂ, ਉਸ ਤੋਂ ਡਾਊਨ ਅਸੀਂ ਨਹੀਂ ਹੋ ਸਕਦੇ। ਪ੍ਰੇਜ਼ ਦ ਲਾਰਡ, ਹਾਲੇਲੂਇਆ। ਹਾਲੇਲੂਇਆ। ਇਸ ਲਈ ਅਸੀਂ ਆਪਣੇ ਆਪ ਨੂੰ ਹਮੇਸ਼ਾ ਪਰਮੇਸ਼ਰ ਦੇ ਅੱਗੇ ਨੀਵਾਂ ਕਰਨਾ, ਇਸ ਲਈ ਅਸੀਂ ਆਪਣੇ ਆਪ ਨੂੰ ਨੀਵਾਂ ਕਰਨਾ। ਖੁਦਾ ਦਾ ਵਚਨ ਕਹਿੰਦਾ ਹੈ ਭਾਵੇਂ ਉਹ ਸਵਰਗ ਦੇ ਵਿੱਚ ਵਿਰਾਜਮਾਨ ਹੈ ਤੇ ਵੀ, ਲੇਕਿਨ ਉਹ ਉਹਨਾਂ ਲੋਕਾਂ ਦੇ ਨੇੜੇ ਹੈ ਜਿਨ੍ਹਾਂ ਦੇ ਦਿਲ ਟੁੱਟੇ ਔਰ ਜਿਹੜੇ ਦਿਲ ਦੇ ਗਰੀਬ ਨੇ। ਹਾਲੇਲੂਇਆ। ਭਾਵੇਂ ਉਹ ਆਤਮਹਾਨ ਪਰਮੇਸ਼ਰ ਸਵਰਗ ਦੇ ਵਿੱਚ ਵਿਰਾਜਮਾਨ ਹੈ ਤੇ ਵੀ ਉਹ ਉਹਨਾਂ ਦੇ ਨੇੜੇ ਹੈ ਜਿਨ੍ਹਾਂ ਦੇ ਦਿਲ ਟੁੱਟੇ ਹੋਏ ਹਨ। ਉਹ ਉਹਨਾਂ ਦੇ ਨੇੜੇ ਹੈ। ਜੇ ਤੁਸੀਂ ਆਪਣੇ ਜੀਵਨ ਨੂੰ ਖੁਦਾ ਦੇ ਅੱਗੇ ਤੋੜਦੇ ਹੋ, ਆਪਣੇ ਹੰਝੂਆਂ ਨੂੰ ਆਤਮਹਾਨ ਪਰਮੇਸ਼ਰ ਦੇ ਅੱਗੇ ਗਿਰਾਉਂਦੇ ਹੋ, ਆਤਮਹਾਨ ਪਰਮੇਸ਼ਰ ਤੁਹਾਡੀ ਸਹਾਇਤਾ ਦੇ ਲਈ ਜ਼ਰੂਰ ਆਏਗਾ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਇਸ ਪ੍ਰਕਾਰ ਨਾਲ ਸਿਖਾਉਂਦਾ ਹੈ ਜਿਸ ਤੋਂ ਸਾਨੂੰ ਸਿੱਖਿਆ ਲੈਣ ਦੀ ਲੋੜ ਹੈ। ਦੁਨੀਆ ਦੇ ਵਿੱਚ ਸਾਰੇ ਲੋਕਾਂ ਨੂੰ ਇਸ ਗੱਲ ਦਾ ਸਬਕ ਵੀ ਮਿਲਿਆ ਔਰ ਸਿੱਖਣਾ ਵੀ ਚਾਹੀਦਾ ਹੈ। ਬੜੇ ਸਾਰੇ ਪਾਤਸ਼ਾਹ ਆਏ, ਬਹੁਤ ਸਾਰੇ ਰਾਜੇ ਆਏ ਜਿਨ੍ਹਾਂ ਨੇ ਆਪਣੇ ਆਪ ਨੂੰ ਉੱਚਾ ਕੀਤਾ, ਆਪਣੇ ਆਪ ਨੂੰ ਆਤਮਹਾਨ ਦੇ ਤੁੱਲ ਵੀ ਕੀਤਾ, ਲੇਕਿਨ ਸਭ ਗਿਰਾਏ ਗਏ। ਸਭ ਗਿਰਾਏ ਗਏ। ਸਭ ਤੋਂ ਪਹਿਲਾਂ ਲੂਸੀਫਰ ਗਿਰਾਇਆ ਗਿਆ। ਕੌਣ ਗਿਰਾਇਆ ਗਿਆ? ਲੂਸੀਫਰ। ਸ਼ੈਤਾਨ ਬਣਨ ਤੋਂ ਪਹਿਲਾਂ स्वर्गदूत सी। कौन सी? स्वर्गदूत सी। परमेश्वर ने शैतान की सृष्टि नहीं किया। कौन सी हो? स्वर्गदूत सी। बोलो। स्वर्गदूत सी। और बड़ा खूबसूरत सी। पढ़ो यशायाह नबी की किताब 14 अध्याय, द बुक ऑफ आइजिया 14 और उस दी 12 आयत पढ़ो। तू आकाश तो किवें डिग पिया, हे दिन दे तारे, फजर दे पुत्र, तू किवें धरती तक वड्ढिया गया, हे कौमां दे ढाउण वाले। हाँ जी। ते अपने दिल विच आख्या, ते अपने दिल दे विच आख्या भई मैं आकाश उत्ते चढ़ जावांगा, मैं आकाश ते चढ़ जावांगा, मैं स्वर्ग पर चढ़ जाऊंगा, परमेश्वर दे तारियां तो उतां, परमेश्वर दे सिंहासन तारागणों से भी ऊंचा, मैं अपना सिंहासन उच्चा करांगा, मैं अपने सिंहासन उच्चा करांगा, अते मैं मंडली दे पर्वत उत्ते, अते मैं मंडली दे पर्वत उत्ते उत्तर दियां हद्दां विच बैठांगा, उत्तर दियां हद्दां दे उत्ते बैठांगा। उत्तर दी हद दा मतलब है कि मैं परमेश्वर दे सिंहासन तो भी ऊपर अपने सिंहासन की करांगा, बनावांगा, लगावांगा आगे। मैं बदलां दियां ऊंचाइयां ते चढ़ जावांगा, मैं बदला दिया चढ़ाइयां तक चढ़ जावांगा, मैं आप नूं अत महान जिहा बनावांगा, मैं आप नु अत महान जिहा किदे बनावांगा, तुल्य अत महान जिहा। अत महान परम प्रधान के तुल्य हो जाऊंगा आगे। पर तू पताल तीक सगों टोए दी डुंगाई तीक हेठां लाया जावेगा, परंतु तू अधोलोक में उस गड्ढे की तह तक उतारा जाएगा। द बुक ऑफ आइजिया 14 यशायाह नबी दी किताब 14 बाब 12 आयत विच लिखिया, हे फजर दे पुत्र, सुबह दे चमकन वाले तारे, तू आकाश तो किवें गिर पिया। फिर लिखिया, तू कौम तू जाति जाति को हरा देता था, तू अब देख कैसे काट कर भूमि के ऊपर गिरा। क्यों किया? क्योंकि लूसीफर जो स्वर्गदूत सी उसने अपने मन दे विच की किया कि मैं किधर जावांगा, आत्महान वो आत्महान दे तुल्य करांगा, मैं अपने सिंहासन नू स्वर्ग तो भी उच्चा करांगा, मैं अपने सिंहासन नू स्वर्ग तो भी उच्चा आकाश दे परमेश्वर दे सिंहासन तो भी उच्चा करांगा।
लेकिन परमेश्वर ने जब देखा उस ਨੂੰ ਥੱਲੇ ਸੁੱਟਿਆ। ਹਾਲੇਲੂਇਆ। हालेलुया। इज़केल 28 ਨੂੰ ਪੜੋ, ਦ ਬੁੱਕ ਆਫ ਇਜ਼ਕੇਲ, ਯਹੇਜ਼ਕੇਲ ਨਬੀ ਦੀ ਕਿਤਾਬ 28 ਬਾਬ 15 ਤੋਂ 17 ਆਇਤ ਨੂੰ ਪੜੋ। जिस दिन से तू सिरजा गया और जिस दिन तक तुझ में कुटिलता ना पाई गई, उस समय तक तू अपनी सारी चाल चलन में निर्दोष रहा। जिस समय तक तेरे अंदर दोष ना पाया गया, तू अपनी सारी चाल चलन ਵਿੱਚ ਕੀ ਸੀ? निर्दोष थी। निर्दोष, तेरे अंदर कोई दोष ना सी आगे। परंतु लेन देन की बहुतायत के कारण, परंतु लेन देन की, ਲੈਣ ਦੇਣ ਦੇ ਪੰਜਾਬੀ ਦੇ ਵਿੱਚ ਕੀ ਲਿਖਿਆ? ਵਪਾਰ ਵਪਾਰ ਦੇ ਲੈਣ ਦੇਣ ਦੇ ਬਹੁਤਾਏ ਦੇ ਕਾਰਨ ਅੱਗੇ तू उपद्रव से भरकर पापी हो गया। तो उपद्रव से भरकर पापी हो गया। इसी से मैंने तुझे अपवित्र जानकर परमेश्वर के पर्वत पर से उतारा। हाँ। और हे छाने वाले क्रूब, मैंने तुझे आग सरीखे चमकने वाले मणियों के बीच से नष्ट किया है। हाँ जी। सुंदरता के कारण तेरा मन फूल उठा था। खूबसूरती दे कारण तेरे मन दे अंदर हंकार ਕੀ ਆ ਗਿਆ? हंकार आ गया। ਹੰਕਾਰ ਆ ਗਿਆ। खूबसूरती ਦੇ ਕਾਰਨ ਤੇਰੇ ਅੰਦਰ ਬੜਾ ਹੰਕਾਰ ਆ ਗਿਆ। ਅੱਗੇ और वैभव के कारण तेरी बुद्धि बिगड़ गई थी। ਪੰਜਾਬੀ ਚ ਕੀ ਲਿਖਿਆ? ਸਾਰਾ ਇਤਰ ਪੜੋ, ਪੰਜਾਬੀ ਚ ਕੀ ਲਿਖਿਆ? ਤੇਰਾ ਦਿਲ ਤੇਰੀ ਸੁਹੱਪਣ ਵਿੱਚ ਮਗਰੂਰ ਸੀ। हाँ जी। ਤੂੰ ਆਪਣੀ ਸ਼ਾਨ ਦੇ ਕਾਰਨ ਆਪਣੀ ਬੁੱਧੀ ਨਾਸ਼ ਕਰ ਲਈ। ਤੂੰ ਆਪਣੀ ਸ਼ਾਨ ਦੇ ਕਾਰਨ, ਕਿਉਂਕਿ ਤੇਰਾ ਲੈਣ ਦੇਣ ਦਾ ਵਪਾਰ ਬਹੁਤ ਜ਼ਿਆਦਾ ਸੀ, ਤੇਰੀ ਸੁੰਦਰਤਾ ਵੀ ਬਹੁਤ ਸੀ, ਤੂੰ ਖੂਬਸੂਰਤ ਵੀ ਬਹੁਤ ਸੀ। ਔਰ ਫਿਰ ਵਚਨ ਦੇ ਵਿੱਚ ਲਿਖਿਆ ਤੂੰ ਆਪਣੀ ਸ਼ਾਨ ਦੇ ਕਾਰਨ ਤੇਰੀ ਬੁੱਧ ਕੀ ਹੋ ਗਈ? ਨਾਸ਼ ਹੋ ਗਈ। ਵਿਗੜ ਗਈ। ਹਿੰਦੀ ਵਿੱਚ ਲਿਖਿਆ ਵਿਗੜ ਗਈ। ਅੱਗੇ ਮੈਂ ਤੈਨੂੰ ਧਰਤੀ ਤੇ ਪਟਕ ਦਿੱਤਾ ਮੈਂ ਤੇਰੀ ਧਰਤੀ ਦੇ ਉੱਤੇ ਫਟਕਾ ਦਿੱਤਾ ਅਤੇ ਪਾਤਸ਼ਾਹਾਂ ਦੇ ਮੂਹਰੇ ਧਰ ਦਿੱਤਾ, और राजाओं के सामने तुझे रखा, ਤਾਂ ਜੋ ਉਹ ਤੈਨੂੰ ਤੱਕ ਲੈਣ। बस हालेलुया। हालेलुया। इधर परमेश्वर का वचन लूसीफर शैतान के बारे लिखता है, पहले जब तक तेरा चाल चलन सही सी, तू निर्दोष सी, लेकिन तेरे व्यापार दे वादे, सुंदरता दे वादे दे कारण तेरे मन दे अंदर कमंड आ गया, तू गरूर दे नाल भर गया। यशाया 14 दे विच पढ़िया, तू सोचिया मेरे मगर इन्ने स्वर्गदूत ने, तेरे दिल दे अंदर आया मैं ना खूबसूरत हाँ, तेरे दिल दे अंदर आया ਜਿਹੜੇ ਬਾਕੀ ਲੋਕ, ਬਾਕੀ स्वर्गदूत मेरी वाह वाह कर रहे रे, मैं अपने सिंहासन ਨੂੰ ਕਿਹਦੇ ਤੇ ਚੜਾਵਾਂਗਾ? स्वर्ग दे उत्ते। स्वर्ग ਦੇ ਉੱਤੇ ਪਰਮੇਸ਼ਰ ਦੇ ਸਿੰਘਾਸਨ ਤੋਂ ਵੀ ਉੱਚਾ ਕਰਾਂਗਾ। ਲੇਕਿਨ ਪਰਮੇਸ਼ਰ ਨੇ ਕਿਹਾ ਮੈਂ ਤੈਨੂੰ ਉਧਰੋਂ ਦੀ ਪਟਕਾ ਕੇ ਜ਼ਮੀਨ ਦੇ ਉੱਤੇ ਰੱਖਿਆ। ਇਸ ਲਈ ਜਦ ਤੁਸੀਂ ਉਤਪਤੀ ਪਹਿਲਾ ਬਾਪ ਨੂੰ ਪੜ੍ਹਦੇ ਹੋ, ਉਧਰ ਕੀ ਲਿਖਿਆ? ਪਹਿਲੀ ਆਇਤ ਨੂੰ ਕੀ ਲਿਖਿਆ? ਆਦਿ ਵਿੱਚ ਪਰਮੇਸ਼ਰ ਨੇ ਆਕਾਸ਼ ਅਤੇ ਧਰਤੀ ਨੂੰ ਉਤਪਤ ਕੀਤਾ। ਦੂਸਰੀ ਆਇਤ धरती बेडोल धरती अते धरती बेडोल और ਸੁੱਜੀ ਸੀ। जब परमेश्वर ने आकाश और धरती ने बनाया, ये धरती बेडोल और सुन्नी किवें पै गई? क्योंकि इस सृष्टि ਨੂੰ जब धरती ਨੂੰ ਬਣਾਉਣ ਤੋਂ ਪਹਿਲਾਂ ਜਦੋਂ ਅਸੀਂ ਪੜ੍ਹਦੇ ਹਾਂ ਆਕਾਸ਼ ਔਰ ਧਰਤੀ ਦੀ ਸ੍ਰਿਸ਼ਟੀ ਕੀਤੀ, ਪਹਿਲੀ ਔਰ ਦੂਸਰੀ ਆਇਤ ਵਿੱਚ ਗੈਪ ਹੈ। ਉਹ ਗੈਪ ਦੇ ਵਿੱਚ ਕੀ ਹੈ? ਯਸ਼ਾਇਆ ਨਬੀ ਦੀ ਕਿਤਾਬ 14 ਅਧਿਆਇ ਔਰ ਇਜ਼ਕੇਲ 28 ਬਾਬ ਦੇ ਵਿੱਚ ਜਦੋਂ ਪਰਮੇਸ਼ਰ ਕਹਿੰਦਾ ਕਿ ਮੈਂ ਉਸ ਨੂੰ ਧਰਤੀ ਉੱਤੇ ਫਟਕਿਆ, ਉਹਦੇ ਫਟਕਾਏ ਜਾਣ ਦੇ ਦੁਆਰਾ ਸ਼ੈਤਾਨ ਨੂੰ ਥੱਲੇ स्वर्गदूत ਨੂੰ ਸੁੱਟਣ ਦੁਆਰਾ, ਗਿਰੇ ਹੋਏ स्वर्गदूत ਨੂੰ ਸੁੱਟੇ ਜਾਣ ਦੇ ਦੁਆਰਾ ਧਰਤੀ ਕੀ ਹੋ ਗਈ? बेडोल हो गई। बेडोल हो गई और सुन्नी पै गई। लेकिन परमेश्वर कभी बेडोल और सुनसान नहीं बनाता। धरती बेडोल और सुनसान क्यों हुई? क्योंकि शैतान उतो दी सुटिया गया। ਇਹਦਾ मतलब जद कमांड ਵਪਾਰ ਦੇ ਵਾਅਦੇ ਦੇ ਕਾਰਨ ਜਦ ਇੱਕ ਇਨਸਾਨ ਆਪਣੇ ਆਪ ਨੂੰ ਪਰਮੇਸ਼ਰ ਤੋਂ ਤੁਲ ਜਾਂ ਪਰਮੇਸ਼ਰ ਤੋਂ ਉੱਪਰ ਕਰੇਗਾ, याद रखना तुसी सुटे जाओगे और जीवन बेडोल और सुन्नी हो जाएगी। हालेलुया। हालेलुया। अपने आप ਨੂੰ ਉੱਚਾ ਕਰੋਗੇ, खुदा तानू नीवा करेगा, फिर जो है बेडोल होएगा, सुन्नी होएगी। जिस जगह से तुसी रहोगे वो जगह भी बेडोल और सुनसान पै जाएगी, वीरान हो जाएगी। हालेलुया। 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 ਇੱਕ ਰਾਜਾ ਦੇ ਬਾਰੇ ਵੀ ਪਰਮੇਸ਼ਰ ਦਾ ਵਚਨ ਇਸ ਪ੍ਰਕਾਰ ਨਾਲ ਕਹਿੰਦਾ ਹੈ। ਦਾਨੀਏਲ ਦੀ ਕਿਤਾਬ ਦੇ ਵਿੱਚ ਲਿਖਿਆ, ਅਸੀਂ ਸੁਣ ਰਹੇ ਹਾਂ ਅਤ ਮਹਾਨ ਪਰਮੇਸ਼ਵਰ, ਦ ਬੁੱਕ ਆਫ ਡੈਨੀਅਲ ਚੈਪਟਰ 4, ਉਸ ਵਿੱਚ ਇਸ ਪ੍ਰਕਾਰ ਨਾਲ ਲਿਖਿਆ ਹੈ। ਇੱਕ ਰਾਜਾ ਸੀ, ਉਸਦਾ ਨਾਮ ਸੀ ਨਬੂਕਦਨੇਸਰ। ਨਬੂਕਦਨੇਸਰ ਰਾਜਾ ਇੱਕ ਵਾਰ ਉਸਨੇ ਇੱਕ ਸੁਪਨਾ ਦੇਖਿਆ। ਉਸ ਸੁਪਨੇ ਦੇ ਵਿੱਚ ਉਹ ਦੇਖਦਾ ਕਿ ਇੱਕ ਰੁੱਖ ਹੈ ਔਰ ਉਸ ਵ੍ਰਿਕਸ਼ ਦੇ ਢਾਲੀਆਂ ਵੱਡੀਆਂ ਗਈਆਂ, ਉਹਦੇ ਪੱਤੇ ਝਾੜੇ ਗਏ,
ਉਹਦੇ ਫਲ ਗਿਰਾਏ ਗਏ, ਉਸ ਨੂੰ ਵੱਢਿਆ ਗਿਆ, ਠੂੰਠ ਰਹਿ ਗਿਆ ਔਰ ਉਸ ਨੂੰ ਪਿੱਤਲ ਔਰ ਲੋਹੇ ਦੇ ਬੇੜੀਆਂ ਨਾਲ ਉਸ ਨੂੰ ਬੰਨਿਆ ਗਿਆ। ਲੇਕਿਨ ਉਸਨੇ ਇੱਕ ਸ਼ਰਤ ਰੱਖਿਆ, ਮੈਨੂੰ ਸੁਪਨਾ ਦੱਸਿਆ ਜਾਏ। ਜਦ ਦਾਨੀਏਲ ਨੂੰ ਬੁਲਾਇਆ ਗਿਆ, ਦਾਨੀਏਲ ਨੇ ਉਹਦਾ ਅਰਥ ਦੱਸਿਆ। ਡੈਨੀਏਲ ਨਬੀ ਦੀ ਕਿਤਾਬ 4 ਬਾਬ ਦੇ ਵਿੱਚ ਉਸ ਦਾ ਅਰਥ ਲਿਖਿਆ। ਡੈਨੀਏਲ ਉਸ ਨੂੰ ਕਹਿੰਦਾ ਕਿ ਦੇਖ, ਇਹ ਜਿਹੜਾ ਵ੍ਰਿਕਸ਼ ਹੈ ਇਹ ਹੋਰ ਕੋਈ ਨਹੀਂ, ਇਹ ਤੁਸੀਂ ਹੋ। ਡਾਲੀਆਂ ਵੱਡੀਆਂ ਗਈਆਂ, ਪੱਤੇ ਝਾੜੇ ਗਏ ਔਰ ਉਹਦੇ ਨੀਚੇ ਜਿਹੜੇ ਜਾਨਵਰ ਰਹਿੰਦੇ ਸਨ ਸਭ ਖਿਲਰ ਗਏ। ਜਦ ਉਹਦੀ ਠੂੰਠ ਰਹਿ ਗਈ, ਜਦ ਸਿਰਫ ਨਿਚਲਾ ਹਿੱਸਾ ਰਹਿ ਗਿਆ, ਧਰਤੀ ਦੀ ਓਸ, ਧਰਤੀ ਤੇ ਜਿਹੜੀ ਓਸ ਡੇਗਦੀ ਹੈ ਪਾਣੀ ਸਿਮਦਾ, ਉਹਦੇ ਨਾਲ ਹੀ ਉਸ ਨੂੰ ਜਿਹੜਾ ਹੈ ਪਾਣੀ ਮਿਲ ਰਿਹਾ ਹੈ। ਲੇਕਿਨ ਪੂਰਾ ਨਹੀਂ ਵੱਢਿਆ ਗਿਆ, ਥੋੜਾ ਰਹਿ ਗਿਆ। ਉਸ ਨੂੰ ਕਿਹਾ ਗਿਆ, ਨਬੂਕਦਨੇਸਰ ਰਾਜਾ, ਤੂੰ ਤੋਬਾ ਕਰ, ਤੂੰ ਅਨਿਆਏ ਨੂੰ ਛੱਡ, ਨਿਆਂ ਕਰ, ਬਦੀ ਨੂੰ ਛੱਡ ਦੇ। ਜੇ ਤੂੰ ਐਸਾ ਕਰੇਗਾ ਤਾਂ ਇੱਕ ਸਮਾਂ ਆਏਗਾ, ਜੇ ਤੂੰ ਨਾ ਕਰੇ, ਦੇਖ ਤੂੰ ਗਿਰਾਇਆ ਜਾਏਗਾ, ਮਨੁੱਖਾਂ ਤੋਂ ਬਾਹਰ ਕੱਢਿਆ ਜਾਏਗਾ, ਜੰਗਲੀ ਜਾਨਵਰਾਂ ਦੇ ਵਿੱਚ ਰਹੇਗਾ, ਤੂੰ ਆਪਣੀ ਹੋਸ਼ ਨੂੰ ਵਿਗਾੜ ਦੇਵੇਂਗਾ। ਡੈਨੀਏਲ ਦੀ ਕਿਤਾਬ 4 ਬਾਬ ਪੜਾਂਗੇ। ਦ ਬੁੱਕ ਆਫ ਡੈਨੀਏਲ ਚੈਪਟਰ 4, ਡੈਨੀਏਲ ਦੀ ਕਿਤਾਬ 4 ਬਾਬ ਪੜੋ ਤੁਸੀਂ, 28 ਆਇਤ ਤੋਂ ਪੜੋ। ये सब ਕੁਝ कुछ ਨਕੂਬਦਨਸਰ ਰਾਜਾ ਉੱਤੇ ਬੀਤਿਆ। ਹਾਂਜੀ। 12 ਮਹੀਨਿਆਂ ਪਿਛੋਂ ਬਾਬਲ ਦੇ ਸ਼ਾਹੀ ਮਹਿਲ ਵਿੱਚ ਟਹਿਲ ਰਿਹਾ ਸੀ। 12 ਮਹੀਨੇ ਦੇ ਬੀਤਣ ਦੇ ਉੱਤੇ ਜਦ ਉਹ ਆਪਣੇ ਰਾਜ ਭਵਨ ਦੀ ਛੱਤ ਉੱਤੇ ਟਹਿਲ ਰਿਹਾ ਸੀ, ਤਾਂ ਰਾਜੇ ਨੇ ਆਖਿਆ ਤਦ ਰਾਜੇ ਨੇ ਆਖਿਆ ਕਿ ਇਹ ਵੱਡਾ ਬਾਬਲ ਨਹੀਂ ਜਿਹਨੂੰ ਮੈਂ ਆਪਣੀ ਸ਼ਕਤੀ ਦੇ ਬਲ ਨਾਲ ਮਹਾਰਾਜੇ ਦੇ ਵਾਸ ਲਈ ਬਣਾਇਆ, ਹਾਂ ਭਈ ਮੇਰੀ ਮਹਿਮਾ ਦੀ ਵਡਿਆਈ ਹੋਵੇ। ਹਾਂਜੀ ਰਾਜਾ ਇਹ ਗੱਲ ਕਰ ਹੀ ਰਿਹਾ ਸੀ ਕਿ ਆਕਾਸ਼ੋਂ ਇੱਕ ਆਵਾਜ਼ ਆਈ ਕਿ ਹੇ ਨਕੂਬਦਨਸਰ ਰਾਜਾ, ਤੇਰੇ ਵਿਖੇ ਇਹ ਹੁਕਮ ਹੋ ਚੁੱਕਿਆ ਕਿ ਰਾਜ ਤੈਥੋਂ ਲੈ ਲਿਆ ਗਿਆ, ਤੂੰ ਮਨੁੱਖਾਂ ਵਿੱਚੋਂ ਹੱਕਿਆ ਜਾਵੇਂਗਾ, ਤੂੰ ਤੇ ਤੇਰਾ ਵਾਸ ਖੇਤ ਦੇ ਪਸ਼ੂਆਂ ਨਾਲ ਹੋਵੇਗਾ, ਤੇ ਤੈਨੂੰ ਘਾਹ ਖਵਾਇਆ ਜਾਵੇਗਾ ਜਿਵੇਂ ਬਲਦਾਂ ਨੂੰ ਖਵਾਈਦਾ ਹੈ। ਤੇ 7 ਸਮੇਂ ਤੇਰੇ ਉੱਤੇ ਬੀਤਣਗੇ ਤਾਂ ਤੈਨੂੰ ਪਤਾ ਲੱਗੇਗਾ ਕਿ ਅਤ ਮਹਾਨ ਮਨੁੱਖ ਦੇ ਰਾਜ ਵਿੱਚ ਸਰਦਾਰੀ ਕਰਦਾ ਹੈ ਅਤੇ ਜਿਹਨੂੰ ਚਾਹੁੰਦਾ ਉਹਨੂੰ ਦਿੰਦਾ ਹੈ। ਹਾਂਜੀ। ਉਸੇ ਕੜੀ ਉਹ ਗੱਲ ਨਕੂਬਦਨਸਰ ਉੱਤੇ ਪੂਰੀ ਹੋਈ। ਹਾਂ। ਉਹ ਮਨੁੱਖਾਂ ਵਿੱਚੋਂ ਹੱਕਿਆ ਗਿਆ ਨਬੂਕਦਨੇਸਰ ਰਾਜਾ ਮਨੁੱਖਿਆਂ ਦੇ ਵਿੱਚੋਂ ਬਾਹਰ ਕੱਢਿਆ ਗਿਆ, ਤੇ ਬਲਦਾਂ ਵਾਂਗੂ ਘਾਹ ਖਾਣ ਲੱਗ ਪਿਆ ਬਲਦਾਂ ਦੇ ਵਾਂਗੂ ਘਾਹ ਖਾਣ ਲੱਗਾ, ਅਤੇ ਉਹਦੀ ਦੇਹ ਆਕਾਸ਼ ਦੀ ਤਰੇਲ ਨਾਲ ਤਰ ਹੋਈ। ਉਸ ਦਾ ਸਰੀਰ ਆਕਾਸ਼ ਦੀ ਓਸ ਦੇ ਨਾਲ ਤਰ ਹੁੰਦੀ ਸੀ। ਇੱਥੋਂ ਤੀਕ ਕਿ ਉਹਦੇ ਵਾਲ ਉਕਾਬ ਦੇ ਪਰਾਂ ਵਾਂਗੂ ਅਤੇ ਉਹਦੇ 9 ਪੰਛੀਆਂ ਦੇ ਨੌਵਾਂ ਵਾਂਗੂ ਵੱਧ ਗਏ। ਇੰਨਾ ਹੋਇਆ ਕਿ ਉਸ ਦੇ ਬਾਲ ਔਰ ਨਾਖੂਨ ਵੀ ਵੱਧ ਗਏ। ਹੋਸ਼ ਨਹੀਂ ਹੈ, ਕੋਈ ਹੋਸ਼ ਨਹੀਂ ਹੈ। ਅੱਗੇ ਪੜੋ। ਉਹਨਾਂ ਦਿਨਾਂ ਦੇ ਬੀਤਣ ਤੇ ਉਹਨਾਂ ਦਿਨਾਂ ਦੇ ਬੀਤਣ ਦੇ ਉੱਤੇ ਮੈਂ ਨਕੂਬਦਨਸਰ ਨੇ ਆਪਣੀਆਂ ਅੱਖੀਆਂ ਆਕਾਸ਼ ਵੱਲ ਚੁੱਕੀਆਂ ਅਤੇ ਮੇਰੀ ਸਮਝ ਮੇਰੇ ਵਿੱਚ ਫਿਰ ਮੁੜ ਆਈ, ਤਾਂ ਮੈਂ ਅਤ ਮਹਾਨ ਦਾ ਧੰਨਵਾਦ ਕੀਤਾ ਅਤੇ ਉਹ ਜੋ ਸਦਾ ਦਾ ਜਿਉਂਦਾ ਹੈ ਵਡਿਆਈ ਤੇ ਆਦਰ ਕੀਤਾ, ਹਾਂ। ਜਿਹਦੀ ਸਰਦਾਰੀ ਸਦੀਪਕ ਸਰਦਾਰੀ ਅਤੇ ਜਿਹਦਾ ਰਾਜ ਪੀੜ੍ਹੀਓ ਪੀੜ੍ਹੀ ਹੈ। ਹਾਂ। ਧਰਤੀ ਦੇ ਸਾਰੇ ਵਸਨੀਕ ਕੁਝ ਨਹੀਂ ਗਿਣੇ ਜਾਂਦੇ ਅਤੇ ਉਹ ਸਵਰਗ ਦੀਆਂ ਫੌਜਾਂ ਵਿੱਚ ਅਤੇ ਜਗਤ ਦੇ ਸਾਰੇ ਵਸਨੀਕਾਂ ਦੇ ਨਾਲ ਜੋ ਕੁਝ ਚਾਹੁੰਦਾ ਸੋ ਹੀ ਕਰਦਾ ਹੈ ਅਤੇ ਕੋਈ ਉਹਦੇ ਹੱਥ ਨੂੰ ਰੋਕ ਨਹੀਂ ਸਕੇ ਜਾਂ ਇਹ ਆਖੇ ਕਿ ਤੂੰ ਕੀ ਕਰਦਾ ਹੈ। ਬਸ ਹਾਲੇਲੂਇਆ। ਹਾਲੇਲੂਇਆ। ਨਬੂਕਦਨੇਸਰ ਰਾਜਾ ਕਮੰਡ ਦੇ ਵਿੱਚ ਜੀ ਰਿਹਾ ਸੀ। ਉਸਨੇ ਜਦ ਆਪਣਾ ਸਾਰੀ ਪਾਤਸ਼ਾਹੀ ਨੂੰ ਦੇਖਿਆ, ਇੱਕ ਦਿਨ ਆਪਣੇ ਮਹਿਲ ਦੇ ਛੱਤ ਉੱਤੇ ਟਹਿਲ ਰਿਹਾ ਸੀ, ਸੈਰ ਕਰ ਰਿਹਾ ਸੀ। ਸੈਰ ਕਰਦੇ ਸਮੇਂ ਉਸਨੇ ਇਹ ਗੱਲ ਮੂੰਹ ਤੋਂ ਕਹਿਤੀ। ਕਿਹੜੀ ਗੱਲ ਕਹੀ? ਕਿ ਇਹ ਸਾਰਾ ਰਾਜ ਜੋ ਮੈਂ ਬਣਾਇਆ ਆਪਣੇ ਲਈ ਨਹੀਂ ਬਣਾਇਆ, ਉਸਨੇ ਖੁਦਾ ਦੀ ਮਹਿਮਾ ਨਹੀਂ ਕੀਤੀ। ਜਦ ਉਸਨੇ ਇਸ ਤਰ੍ਹਾਂ ਕਿਹਾ ਕਿ ਇਹ ਸਾਰਾ ਰਾਜ ਮੈਂ ਬਣਾਇਆ, ਉਸੇ ਵੇਲੇ ਪਰਮੇਸ਼ਰ ਨੇ ਉਸ ਨੂੰ ਮਨੁੱਖਾਂ ਤੋਂ ਕੀ ਕਰਤਾ? ਕੱਢ ਦਿੱਤਾ, ਬਾਹਰ ਕੱਢਿਆ। ਸਜ਼ਾ ਮਿਲੀ। ਲੇਕਿਨ ਸਮਾਂ ਬੀਤਣ ਤੇ ਲਿਖਿਆ ਜਦ ਉਸ ਨੂੰ ਆਪਣੀ ਹੋਸ਼ ਆਈ, ਉਸਨੇ ਆਪਣੀਆਂ ਅੱਖਾਂ ਤਾਂ ਨੂੰ ਚੁੱਕਿਆ। ਹਾਲੇਲੂਇਆ। ਹਾਲੇਲੂਇਆ। ਉਸਨੇ ਉਸ ਆਤਮਾਨ ਪਰਮੇਸ਼ਰ ਨੂੰ ਮਹਿਮਾ ਦਿੱਤੀ ਔਰ ਉਸਨੇ ਕਿਹਾ ਪਰਮੇਸ਼ਰ ਜਿਸ ਨੂੰ ਚਾਹੇ ਉਹੀ ਕਰ ਸਕਦਾ ਹੈ, ਉਹਦੇ ਹੱਥ ਨੂੰ ਕੋਈ ਰੋਕ ਨਹੀਂ ਸਕਦਾ। ਜਦ ਉਸਨੇ ਖੁਦਾ ਦੀ ਵਡਿਆਈ ਕੀਤੀ, ਵਚਨ ਦੇ ਵਿੱਚ ਲਿਖਿਆ, ਅਗਲੀ ਆਇਤਾਂ 'ਚ ਲਿਖਿਆ, ਉਸ ਦਾ ਮੁਕਟ ਉਹਦੇ ਸਿਰ ਦੇ ਉੱਤੇ ਵਾਪਸ ਆ ਗਿਆ। ਹਾਲੇਲੂਇਆ। 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 ਕੋਈ ਵੀ ਵਿਅਕਤੀ, ਕੋਈ ਵੀ ਜਨ ਜੋ ਇਸ ਜਗ੍ਹਾ ਦੇ ਵਿੱਚ ਬੈਠਾ ਹੈ,
कभी भी ये नहीं कहना मैं किया, कहना मेरे परमेश्वर ने करके दिखाया। हालेलुया। किसने करके दिखाया? मेरे परमेश्वर ने। मेरे परमेश्वर ने करके दिखाया। हालेलुया। क्योंकि तुसी कभी भी महान परमेश्वर दी महिमा किसी इंसान नू, किसी चीज नू, किसी हत्था दे बनाए हुए वस्तु नू कभी भी देना नहीं। खुदा इस तो नफरत करता है। जब तुसी ऐसा करोगे, याद रखना थोड़ा डाउनफॉल होना शुरू हो जाएगा, ਤੁਹਾਡਾ गिरावट आना शुरू हो जाएगा। तुसी डिगदे 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 परमेश्वर की महिमा तो दूर हो जाओगे। कहना कि मैं कटा ओ वधने पाए। हालेलुया। सारे मेरे पीछे बोलो, मैं कटा मैं कटा ओ वधने पाए। ओ वधने पाए। मैं कटा मैं कटा ओ वधने पाए। ओ वधने पाए। हालेलुया हालेलुया। हालेलुया हालेलुया। पहला यूहन्ना 4:4 में लिखा, क्योंकि जो तुम में है वह उससे जो संसार में है बड़ा है। क्योंकि जो तुम में है वह उससे जो संसार में है बड़ा है। शैतान तो डरना नहीं, किसी भी हालात तो डरना नहीं, किसी भी धमकियां तो डरना नहीं। क्यों नहीं डरना? क्योंकि जो परमेश्वर साडे अंदर है वो उस सारे संसार दी चीज़ां तो वड्डा है। हालेलुया। प्रेज़ द लॉर्ड। हालेलुया। ਅਸੀਂ सुन रहे अत महान परमेश्वर की सेवा करना या अत महान परमेश्वर के बारे जान रहे हैं। अब्राहम उत्पत्ति की किताब 14 बाब ਦੇ ਵਿੱਚ ਇੱਕ ਵਾਰ ਜਦੋਂ ਜੰਗ ਲੜ ਕੇ ਆਇਆ, ਉੱਥੇ ਲਿਖਿਆ ਉਹਦਾ ਟਾਕਰਾ ਇੱਕ ਅਜੀਬ ਬੰਦੇ ਦੇ ਨਾਲ ਹੋਇਆ। ਉਸ ਬੰਦੇ ਦੇ ਨਾਲ ਉਸਨੇ ਕਦੇ ਵੀ ਸਾਹਮਣਾ ਨਹੀਂ ਸੀ ਕੀਤਾ। उत्पत्ति 14 ਬਾਬ 18 ਤੋਂ 20 ਉਸ ਵਿੱਚ ਲਿਖਿਆ ਉਧਰ ਉਸਦਾ ਟਾਕਰਾ ਇੱਕ याजक ਦੇ ਨਾਲ, ਉਸਦਾ ਨਾਮ ਸੀ ਮਲਕੀਸਦੇਕ। ਮਲਕੀਸਦੇਕ ਦੇ ਬਾਰੇ ਇਸ ਪ੍ਰਕਾਰ ਹੈ ਲਿਖਿਆ, ਉਹ ਅਤ ਮਹਾਨ ਪਰਮੇਸ਼ਰ ਦਾ याजक ਸੀ। ਅਬਰਾਹਮ ਨੇ ਜਦ ਉਸ ਨੂੰ ਦੇਖਿਆ, ਉਹ ਕਹਿੰਦਾ ਤੂੰ ਅਤ ਮਹਾਨ ਪਰਮੇਸ਼ਰ ਦਾ याजक है, तू उसकी सेवा करने वाला बंदा है। उसने जो पिछों जित के आया ਉਹਦਾ ਸਾਰਾ 10ਵਾਂ ਹਿੱਸਾ ਉਸਨੂੰ ਦਿੱਤਾ। ਕਿਉਂ ਦਿੱਤਾ? ਕਿਉਂਕਿ ਉਹ ਜਾਣਦਾ ਸੀ ਇਹ ਅਤ ਮਹਾਨ ਪਰਮੇਸ਼ਵਰ ਨੇ ਹੀ ਜਿੱਤ ਦਿੱਤਾ ਹੈ। ਜਿੱਤ ਦਾ ਸਰੋਤ ਉਹ ਹੈ, ਮੈਂ ਨਹੀਂ ਹਾਂ। ਜਿੱਤ ਦਾ ਸਰੋਤ ਪਰਮੇਸ਼ਵਰ ਹੈ, ਅਸੀਂ ਨਹੀਂ ਆ। ਜਿੱਤ ਦਾ ਸਰੋਤ ਪਰਮੇਸ਼ਵਰ ਹੈ, ਅਸੀਂ ਨਹੀਂ ਹਾਂ। ਇਸ ਲਈ ਵਿਵਸਥਾ ਵਿਵਰਣ 8 ਬਾਬ ਦੇ ਵਿੱਚ ਲਿਖਿਆ, ਜਦ ਤੂੰ ਰੱਜ ਕੇ ਖਾਵੇ। ਹਾਲੇਲੂਇਆ। ਵਿਵਸਥਾ ਅਫਸਾਰ 8 ਬਾਬ, ਜਦ ਤੂੰ ਰੱਜ ਕੇ ਖਾਵੇ, जद तू सुंदर घर बना के उस विच रहन लग पे, जद तेरा माल डंगर वध जाए, जद तेरा तन दौलत वध जाए, कदी भी तेरे मन दे अंदर एक कमांड ना आए कि मैं किता। वो परमेश्वर है जिसने तेनू तन कमांड दे लई शक्ति दिता। हालेलुया। वो आत्मान परमेश्वर है जिसने तानू तन कमाउण दी शक्ति देती है। बोलो, शक्ति देती है। किसने शक्ति दिता? परमेश्वर ने। अत महान परमेश्वर ने तन कमाउण दी शक्ति दिता। इसलिए ਅਸੀਂ ਰੱਜ ਕੇ ਖਾਂਦੇ ਆ, इसलिए ਅਸੀਂ ਘਰ ਬਣਾ ਕੇ ਉਸ ਵਿੱਚ ਰਹਿ ਰਹੇ ਆ, ਕਿਉਂਕਿ ਸ਼ਕਤੀ ਕਿਸਨੇ ਦਿੱਤਾ? अत महान। अत महान परमेश्वर ने ਦਿੱਤਾ। ਹਾਲੇਲੂਇਆ। ਹਾਲੇਲੂਇਆ। ਉੱਥੇ ਲਿਖਿਆ ਅਬਰਾਹਮ ਨੇ ਉਸ ਅਤ ਮਹਾਨ ਪਰਮੇਸ਼ਰ ਦੇ याजक ਨੂੰ ਆਪਣਾ 10ਵਾਂ ਹਿੱਸਾ ਦਿੱਤਾ ਔਰ ਖੁਦਾ ਨੇ ਉਸ ਨੂੰ ਰੱਖਿਆ ਨਹੀਂ, ਉਸ ਨੂੰ ਬਰਕਤ ਉਤੇ ਬਰਕਤ ਦਿੱਤਾ। जो कोई व्यक्ति अपना पेंट खुदा नू देंदा है, ਉਹਦਾ अर्थ की है? शुक्रगुजारी ਦੇ ਨਾਲ ਅਸੀਂ ਇਹ ਕਹਿੰਦੇ ਰੱਬਾ ਇਹ ਮੇਰਾ ਨਹੀਂ, ਤੇਰੇ ਦਿੱਤੇ ਤੋਂ ਅਸੀਂ ਤੈਨੂੰ ਦੇਨੇ ਆ। हालेलुया। ਤੇਰੇ ਦਿੱਤੇ ਹੋਏ ਤੋਂ ਹੀ ਅਸੀਂ ਤੈਨੂੰ ਦੇ ਰਹੇ ਹਾਂ। मैं पिछले हफ्ते लास्ट वीक पिछले हफ्ते एक मीटिंग ਦੇ ਵਿੱਚ ਗਿਆ ਔਰ ਉਸ ਜਗ੍ਹਾ ਦੇ ਵਿੱਚ ਕਾਫੀ ਲੋਕ ਆਏ ਸਨ। ਸੋ ਉਹਨਾਂ ਨੇ ਮੀਟਿੰਗ ਦੇ ਵਿੱਚ ਔਰ ਉਹ ਸਿਖਾ ਰਹੇ ਸਨ ਕਿ ਪਰਮੇਸ਼ਰ ਨੂੰ ਦੇਣਾ। ਉਹ ਵਿਅਕਤੀ ਜਿਸਨੇ ਬੋਲ ਰਿਹਾ ਸੀ ਉਹ ਲਗਭਗ ਮੇਰਾ ਆਪਣਾ ਆਈਡੀਆ ਸਹੀ ਹੈ ਤੇ 60-65 ਸਾਲ ਦੇ ਹੋਣਗੇ, 60-65 ਇਅਰਸ। ਸੋ ਉਹ ਸਿਖਾ ਰਹੇ ਨੇ ਔਰ ਉਹਨਾਂ ਨੇ ਕਿਹਾ, ਉਸ ਜਗ੍ਹਾ ਦੇ ਵਿੱਚ ਪਾਸਬਾਨ ਵੀ ਸਨ, ਦੂਸਰੇ ਵੀ ਗੈਸਟ ਵੀ ਸਨ, ਉਹਨਾਂ ਦੇ ਆਪਣੇ ਲੋਕ ਵੀ ਸਨ। ਸੋ ਕੰਮ ਕਰਨ ਵਾਲੇ ਵੀ ਲੋਕ ਸਨ, ਅਲੱਗ-ਅਲੱਗ ਸਨ। ਸੋ ਉਹ ਕਹਿ ਰਹੇ ਸਨ, ਕਹਿੰਦੇ ਕਿ ਮੈਂ ਆਪਣੇ ਚਰਚ ਵਿੱਚ ਇੱਕ ਦਿਨ ਬੈਠਾ ਸੀ, ਸੋ ਖੁਦਾ ਨੇ ਗੱਲ ਕੀਤੀ। परमेश्वर ने कहा कि तुसी अपना दसवंत अपने चर्च नू दिया करो, जिथे तुसी जानते हो अपने चर्च नू दिया करो। कहता कि लेकिन मैं हर महीने किते ना किते कदी इधर कदी उधर मैं देंदा सी, लेकिन कहता कि मेरे मन के अंदर आया कि मैं खुदा नू देना है। और वो अलीगढ़ यूनीवर्सिटी दे विच प्रोफैसर सी या चांसलर सी, मैनूं पता नहीं, रिटायर हो गए ने। सो उन्होंने कहा कि मैं उस जगह दे विच सी। सो कहता कि मैं सोचा मैं इस महीने तो परमेश्वर के घर दे विच अपना दसवंत देना है। सो कहता सी कि साडा दसवंत बनता सी 4500 रुपया। सो मैं सोची पिया दवां या ना दवा। या ना दवां, दवां या ना दवां।
सो कहते कि मैं देना शुरू कर दिता। कहता कि मैं सोचा कि मैं देना है, मैं देना है। देना है। सो कहता मैं देना शुरू किया। सो खुदा ने वचन दे विच क्या सी, मलाकी दी किताब दे विच लिखिया है कि देख मैं आकाश दियां खिड़कियां खोल के तेनू बरकत देंगा। बरकत देंगा। अच्छा जी, कहता मैं दिते 3 महीने दिते 4500 दिंदा रहा। जब थोड़े महीने बीत गए मेरी सैलरी वध गई। मेरी सैलरी की हो गई, बढ़ गई। तो जो मेरी सैलरी दा दसवां तो 6000 आया, फिर मेरे हॉल पैने स्टार्ट हो गए, मैं दवा या ना दवा। या ना दवा। कहते पर मैं देना शुरू करता। कहते लेकिन साडी ना एक ज़मीन सी, उस जगह दे विच एक ज़मीन सी, और उस ज़मीन मेरे पिता ने ਲਈ सी। कहते कि वो पिता ने जिहड़ी ज़मीन ਲਈ वो पटे ते सी। पटे का मतलब लीज हुंदा है ना, लीज ते सी, पटे ते सी। और जब पटे की जगह सी, मैं बैंक च गया और उन्होंने कहा कि मैं इसका लोन लेना है, मैं घर बनाना है। उन्होंने कहा पटे के उत्ते जिहड़ा जमीन है उसनूं लोन नहीं मिलता, तुसीं नहीं बना तुहानूं लोन नहीं दिता जाएगा। सो कहते मैं बड़ा निराश होया, लेकिन मैं चर्च आया, परमेश्वर अगे दुआ की, रब्बा तुसीं कदी भी किसी के कर्जदार नहीं हो। कहते कि थोड़े देर बाद ही एक सरकार का नोटिस आया कि जिन्हां दी जमीनां पटे दे उत्ते है अपनी रजिस्ट्री करा लो। जिन्हां दी जमीनां पटे पटे ते पटे दे उत्ते है रजिस्ट्री करा लो। कहते मैं रजिस्ट्री करा ली, मेरी ज़मीन बनी सरकारी रेट ते, और सॉरी सरकारी रेट ते, लेकिन जब मैं उसका मुल पाया मार्केट रेट च करोड़ां ते हो गया। तो मैं खुदा का धन्नवाद किया, रब्बा तू कदी भी किसी का कर्जदार नहीं होंदा, इधरों नहीं तो उधरों तू मोड़ ही दिंदा। हालेलुया। सो इसदा अर्थ की है, कई बारी असी खुदा दियां भलाइयां नूं देखदे होए भी असी कबूल नहीं करते। साडे मन के अंदर शक रहिंदा है। तुसीं घर जाके जरूर पढ़ना उत्पत्ति 14 बाब, वेरी ब्यूटीफुल स्टोरी, बड़ी खूबसूरत कहानी है। वो इस प्रकार नाल अब्राहम कहता कि नहीं, जिहड़ी मैं जित नूं मैं लैके आया, ये जित का श्रेय सर्वशक्तिमान परमेश्वर दा है। हालेलुया। तुहाडी अज जित का श्रेय कौन है? तुसीं उस आत्महान परमेश्वर की सेवा करदे हो या नहीं? जे तुसीं आत्महान परमेश्वर की सेवा और उपासना करदे हो, मैं तुहानूं कहां वो तुहानूं तुहाडे सिर दे उत्ते मुकुट सदा बना के रखेगा। जब नबूकदनेस्सर राजा की बुद्ध फिर गई, उसका मुकुट लथ गया। जब उसकी बुद्ध वापस आई, आत्महान परमेश्वर ने महिमा दिता, उसका मुकुट वापस आ गया। हालेलुया। आइए इसे सारे अपने अखां बंद करिए। हालेलुया हालेलुया। वचन कहता है खुदा बंदा तू आत्महान परमेश्वर है, तेरे तुल्य कोई भी नहीं, तेरे तुल्य कोई भी नहीं, तेरे बराबर कोई भी नहीं है। ऐ खुदा बंदा अज सुबह दे वेले, अज दोपहर दे कड़ी, तेरे बराबर कोई भी नहीं है। हालेलुया। कोई देवी देवता तेरे बराबर नहीं है, कोई इंसान तेरे बराबर नहीं है, कोई बुद्ध तेरे बराबर नहीं है, कोई इंसान दी बनाई हुई वस्तु तेरे बराबर नहीं है, इंसान दे हत्थां दे द्वारा बनाई हुई चीज तेरे बराबर नहीं है। मेरे प्यारे प्रभु जी, पर सारा आदर और महिमा तुहानू देने आ। मैं तेनू कबूल करना चाहना, तू आत्मान परमेश्वर है, तू आत्मान परमेश्वर है। और तुहाडा धन्नवाद करदे हां उस आत्महान परमेश्वर नूं जानन दे लई, उस आत्महान परमेश्वर दी सेवा करन दे लई तुसीं इह धरती ते खूबसूरत मौका दिता। तेरा धन्नवाद। इस मुंह तो इकरार करने का मौका देता कि तू आत्महान परमेश्वर है। सब कुछ तेरे वल्लों, तेरे वसीले, तेरे लई ही है। खुदावंदा तेरा शुक्र करते हाँ, तेरा धन्नवाद करते हैं मेरे प्यारे प्रभु जी। जेकर तुहाडे विच कोई है जो उस आत्महान परमेश्वर को कबूल करना चाहता है, प्रभु यीशु नूं अपना जीवन देना चाहता है, यीशु तुहाडे दिल दे विच आएगा। जेकर तुसीं तौबा करना चाहते हो, तुसीं हाथ खड़े कर सकते हो, मैं तुहाडे लई प्रार्थना करांगा। जे तुसीं तौबा करना चाहते और कहना चाहते यीशु मैं पापी हाँ, मेरे दिल दे विच आ, सारे अपने अखां नूं बंद करना, प्रार्थना दी हालात च जाइए। तुहाडे विच कोई है जो तौबा करना चाहता है, कहना चाहता यीशु मैं पापी हाँ, मेरे दिल दे विच आओ। तू आत्महान परमेश्वर है, तेरे जैसा कोई नहीं, तेरे जैसा कोई नहीं। कोई है जो तौबा करना चाहता है? हालेलुया। एक स्टैंजा गावांगे, तेरे जैसा कोई नहीं। एक स्टैंजा गावांगे, हालेलुया हालेलुया। तेरे जैसा है मैंने ढूंढा ये सारा जहां, तेरे
ढूंढा ये सारा जहां, तेरे जैसा न कोई मिला। जैसे तूने किया है क्षमा, तेरे जैसा न कोई मिला। जैसे तूने किया है क्षमा, तेरे जैसा न कोई मिला। दुनिया के आगे दुहाई बहुत दी, आंसू के बिना मिला मुझको कुछ भी। दुनिया के आगे दुहाई बहुत दी, आंसू के बिना मिला मुझको कुछ भी। जब तू मिला मैंने तब तुझको जाना, तब तेरे आगे जो मैंने दुआ की। तुझको मिला जब मैं तब तुझको जाना, तब तेरे आगे जो मैंने आवाज आने दो, छोड़ दीजिए, आवाज आने दो। तूने सुन ली है मेरी दुआ, तेरे जैसा न कोई मिला। तूने सुन ली है मेरी दुआ, तेरे जैसा न कोई मिला। तेरे जैसा न कोई मिला। मैंने ढूंढा ये सारा जहां, तेरे जैसा न कोई मिला। मैंने ढूंढा ये सारा जहां, तेरे जैसा न कोई मिला। मेरे खुदा जी ऐसे ढूंढा तेरे समान कोई नहीं। तो अस्त महान परमेश्वर है। उस अस्त महान परमेश्वर का सन हटाने में, उसके ऊपर विश्वास करने में तूने मदद किया, तेरा धन्यवाद। स्वस्थ महान परमेश्वर, लेकिन टूटा हुआ पिसा हुआ दिल वालों का नसीक रहने वाला परमेश्वर, हम उसकी आराधना करते हैं। उसको उपस्थिति में से आए हैं, तो हमको आशीष देने वाला परमेश्वर है। मेरे खुदा जी, हम आपने जो कुछ भी हमें दिया उसका महिमा अपने आप को ना दें, बल्कि हम तान महिमा दें। हम उस लूसीफर ना बने जो महिमा अपने ऊपर लेके गिर गया। मेरे खुदा जी, उसका वसीले से और भी ये धरती सुनसान हो गया, आप भी बेकार हो गया। हम उस निम्न से ना बने आत्मान का बराबर या उसको ऊपर करने का। मेरे खुदा जी, जो योजना बनाई अपनी बड़ाई की, आत्मान का बड़ाई नहीं की, उसका ताज गिर गया। जब तक वो आत्मान को पहुँचाना नहीं, ताज वापस नहीं आया। हमें तो भी बख्शो, हम आत्मगान को महिमा दे। तो हमको रोज के काना देते हैं, हमको वस्त्र दिया, भवन दिया, हमें जीवन का हर प्रकार का सुविधाएं दिया, धन और दौलत दिया, परिवार दिया, सबसे बढ़ के ये निजात दिया, आत्मिक आशीर्वाद दिया। मेरे खुदा आपके साथ हमें बिठाया, हम कभी कमंड न करें। ताड़ा धन्यवाद, आत्मगान का धन्यवाद। ये परमेश्वर, ताड़ा धन्यवाद करना कितना भला है। तू ही महिमा का योग है। अपने सेवक को इस्तेमाल किया, तारा धन्यवाद यीशु के नाम से।